Kanchan Outlook। ਸਤਨਾਮ ਸ਼੍ਰੀ ਵਾਹਿਗੁਰੂ ਜੀ। ਕਮੈਂਟ ਸੈਕਸ਼ਨ ਦੇ ਵਿੱਚ ਵਾਹਿਗੁਰੂ ਟਾਈਪ ਕਰਕੇ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਪਣੇ ਸੁਝਾਅ ਅਤੇ ਸਵਾਲ ਵੀ ਕਮੈਂਟ ਕਰ ਸਕਦੇ ਹੋ। ਤੁਹਾਡੇ ਸੁਝਾਵਾਂ ਦੇ ਉੱਤੇ ਕੰਮ ਕਰਨ ਦੀ ਅਤੇ ਤੁਹਾਡੇ ਸਵਾਲਾਂ ਦੇ ਛੇਤੀ ਤੋਂ ਛੇਤੀ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 158ਵੇਂ ਅੰਕ ਦੀ ਬਾਣੀ ਦੀ ਵਿਆਖਿਆ ਕਰਦੇ ਹਾਂ ਜੀ। ਗੌੜੀ ਗੁਆਰਰੀ ਮਹਿਲਾ ਤੀਜਾ, ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੈ ਸੀਝੈ ਸੋਏ, ਗੁਰ ਤੇ ਸਹਿਜ ਸੱਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ। ਕਹਿੰਦੇ ਗੁਰ ਤੇ ਗਿਆਨ ਪਾਏ ਜਨ ਕੋਏ। ਹੁਣ ਜੋ ਤੇ ਸ਼ਬਦ ਹੈ ਉਹਦਾ ਅਰਥ ਹੈ ਗੁਰੂ ਪਾਸੋਂ ਜਾਂ ਤੋਂ। ਤਾਂ ਇੱਥੇ ਗੁਰੂ ਜੀ ਕਹਿੰਦੇ ਕਿ ਕੋਈ ਵਿਰਲਾ ਮਨੁੱਖ ਹੀ, ਕੋਈ ਜਨ ਕੋਏ, ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਪਾਸੋਂ ਗਿਆਨ ਹਾਸਲ ਕਰਦਾ ਹੈ। ਗੁਰ ਤੇ ਬੂਝੈ ਸੀਝੈ ਸੋਏ, ਤੇ ਜਿਹਨੇ ਗੁਰੂ ਪਾਸੋਂ ਇਹ ਰਾਜ਼ ਪ੍ਰਾਪਤ ਕਰ ਲਿਆ, ਇਹ ਗੱਲ ਬੁੱਝ ਲਈ, ਉਹ ਆਪਣੀ ਜ਼ਿੰਦਗੀ ਦੇ ਵਿੱਚ ਕਾਮਯਾਬ ਵੀ ਹੋ ਜਾਂਦਾ ਹੈ। ਸੀਝੈ ਸੋਏ। ਗੁਰ ਤੇ ਸਹਿਜ, ਗੁਰੂ ਪਾਸੋਂ ਹੀ ਆਤਮਿਕ ਅਡੋਲਤਾ ਦੇ ਵਿੱਚ ਟਿਕਣ ਦਾ ਵੱਲ ਆਉਂਦਾ ਹੈ, ਸਿੱਖਿਆ ਮਿਲਦੀ ਹੈ। ਸੱਚ ਵਿਚਾਰ, ਉਸ ਸੱਚੇ ਦੀ, ਉਸ ਪਰਮਾਤਮਾ ਦੀ ਵਿਚਾਰ ਵੀ ਗੁਰੂ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਤੇ ਗੁਰ ਤੇ ਪਾਏ ਮੁਕਤ ਦੁਆਰ, ਮੁਕਤੀ ਦਾ ਦੁਆਰ ਵੀ ਗੁਰੂ ਪਾਸੋਂ ਹੀ ਮਿਲਦਾ ਹੈ। ਇਹ ਮੁਕਤੀ ਵਿਕਾਰਾਂ ਤੋਂ ਮੁਕਤੀ ਹੈ। ਪੂਰਾ ਭਾਗ ਮਿਲੈ ਗੁਰ ਆਏ, ਪਰ ਕਹਿੰਦੇ ਜੋ ਗੁਰੂ ਹੈ ਉਹ ਚੰਗੀ ਕਿਸਮਤ ਨਾਲ ਪੂਰੇ ਭਾਗਾਂ ਵਾਲੇ ਇਨਸਾਨ ਨੂੰ ਹੀ ਮਿਲਦਾ ਹੈ। ਸਾਚਾ ਸਾਹਿਜ ਸੱਚ ਸਮਾਏ ਰਹਾਓ। ਤੇ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਉਸ ਸਾਚੇ ਦੇ ਵਿੱਚ, ਉਸ ਪਰਮਾਤਮਾ ਦੇ ਵਿੱਚ ਸਮਾਇਆ ਰਹਿੰਦਾ ਹੈ ਤੇ ਆਤਮਿਕ ਅਡੋਲਤਾ ਦੀ ਸਥਿਤੀ ਦੇ ਵਿੱਚ ਟਿਕਿਆ ਰਹਿੰਦਾ ਹੈ। ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸ਼ਾਂਤ ਵਸੈ ਮਨ ਆਏ। ਜਦੋਂ ਗੁਰੂ ਮਿਲ ਪੈਂਦਾ ਹੈ ਤਾਂ ਤ੍ਰਿਸ਼ਨਾਵਾਂ ਦੀ ਅੱਗ ਜੋ ਸਾਡੇ ਮਨਾਂ ਦੇ ਵਿੱਚ ਵਸਦੀ ਹੈ ਉਹ ਬੁਝ ਜਾਂਦੀ ਹੈ ਤੇ ਸ਼ਾਂਤੀ ਸਾਡੇ ਮਨਾਂ ਦੇ ਵਿੱਚ ਆ ਵਸਦੀ ਹੈ। ਗੁਰ ਤੇ ਪਵਿੱਤ ਪਾਵਨ ਸੁੱਚ ਹੋਏ। ਜੋ ਇਨਸਾਨ ਗੁਰੂ ਨੂੰ ਮਿਲ ਪੈਂਦਾ ਹੈ ਉਹ ਪਾਵਨ, ਪਵਿੱਤਰ ਤੇ ਸੁੱਚਾ ਹੋ ਜਾਂਦਾ ਹੈ। ਉਹਦੀ ਆਤਮਾ ਜੋ ਹੈ ਨਿਰਮਲ ਹੋ ਜਾਂਦੀ ਹੈ। ਗੁਰ ਤੇ ਸ਼ਬਦ ਮਿਲਾਵਾ ਹੋਏ। ਗੁਰੂ ਪਾਸੋਂ ਸਾਨੂੰ ਸ਼ਬਦ ਮਿਲਦਾ ਹੈ, ਸਿੱਖਿਆ ਮਿਲਦੀ ਹੈ, ਤੇ ਉਸ ਸਿੱਖਿਆ ਦੇ ਆਧਾਰ ਤੇ ਜਾਂ ਉਸ ਸਿੱਖਿਆ ਦੇ ਬਲ ਤੇ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰਦੇ ਹਾਂ। ਬਾਝ ਗੁਰੂ ਸਭ ਭਰਮ ਭੁਲਾਈ, ਬਿਨ ਨਾਵੈ ਬਹੁਤਾ ਦੁੱਖ ਪਾਈ। ਗੁਰੂ ਤੋਂ ਬਿਨਾਂ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਜਾ ਸਕਦਾ, ਤੇ ਪਰਮਾਤਮਾ ਦੇ ਨਾਮ ਸਿਮਰਨ ਤੋਂ ਬਿਨਾਂ ਸਾਰੀ ਜੋ ਲੁਕਾਈ ਹੈ ਉਹ ਭਰਮਾਂ ਦੇ ਵਿੱਚ ਭੁੱਲੀ ਰਹਿੰਦੀ ਹੈ ਤੇ ਬਹੁਤਾ ਹੀ ਦੁੱਖ ਪ੍ਰਾਪਤ ਕਰਦੀ ਹੈ। ਗੁਰਮੁਖ ਹੋਵੈ ਸੋ ਨਾਮ ਧਿਆਈ। ਜਦੋਂ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਜਾ ਪੈਂਦਾ ਹੈ, ਗੁਰਮੁਖ ਹੋ ਜਾਂਦਾ ਹੈ, ਤਾਂ ਉੱਥੇ ਜਾ ਕੇ ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ। ਦਰਸ਼ਨ ਸੱਚਾ ਸੱਚੀ ਪਤ ਹੋਈ, ਤੇ ਸੱਚੇ ਦੇ ਦਰਸ਼ਨ ਕਰਕੇ ਉਸ ਸੱਚੇ ਪਰਮਾਤਮਾ ਦੇ ਵਿੱਚ ਲੀਨ ਹੋ ਕੇ ਸੱਚੀ ਇੱਜ਼ਤ ਕਮਾਉਂਦਾ ਹੈ। ਕਿਸਨੋਂ ਕਹੀਐ ਦਾਤਾ ਇੱਕ ਸੋਈ, ਪਰ ਕਹਿੰਦੇ ਜੋ ਪਰਮਾਤਮਾ ਦੇ ਨਾਮ ਦੀ ਦਾਤ ਹੈ ਉਹ ਦੇਣ ਵਾਲਾ ਵੀ ਪਰਮਾਤਮਾ ਆਪ ਹੀ ਹੈ। ਉਹਦੇ ਤੋਂ ਬਿਨਾਂ ਅਸੀਂ ਕਿਸ ਹੋਰ ਅੱਗੇ ਬੇਨਤੀ ਕਰੀਏ। ਕਿਸਨੋਂ ਕਹੀਐ ਦਾਤਾ ਇੱਕ ਸੋਈ, ਉਹ ਦਾਤਾਂ ਦੇਣ ਵਾਲਾ ਤੇ ਸਿਰਫ ਇੱਕੋ ਹੀ ਪਰਮਾਤਮਾ ਹੈ। ਕਿਰਪਾ ਕਰੇ ਸ਼ਬਦ ਮਿਲਾਵਾ ਹੋਈ। ਜੇਕਰ ਉਹ ਮਨੁੱਖ ਦੇ ਉੱਪਰ ਕਿਰਪਾ ਕਰੇ, ਆਪਣੀ ਮਿਹਰ ਕਰੇ, ਤਾਂ ਹੀ ਗੁਰੂ ਦੇ ਸ਼ਬਦ ਦੇ ਰਾਹੀਂ ਸਾਡਾ ਉਸ ਪਰਮਾਤਮਾ ਦੇ ਨਾਲ ਮਿਲਾਵਾ ਹੋ ਸਕਦਾ ਹੈ, ਮਿਲਾਪ ਹੋ ਸਕਦਾ ਹੈ। ਮਿਲ ਪ੍ਰੀਤਮ ਸਾਚੇ ਗੁਣ ਗਾਵਾਂ। ਗੁਰੂ ਜੀ ਕਹਿੰਦੇ ਕਿ ਮੇਰੀ ਵੀ ਅਰਦਾਸ ਹੈ, ਮੇਰੀ ਵੀ ਇੱਛਾ ਹੈ ਕਿ ਮੈਂ ਗੁਰੂ ਪ੍ਰੀਤਮ ਦੇ ਨਾਲ ਮਿਲ ਕੇ ਉਸ ਸੱਚੇ ਦੇ ਗੁਣ ਗਾਵਾਂ। ਨਾਨਕ ਸਾਚੇ ਸੱਚ ਸਮਾਵਾਂ, ਤੇ ਉਹਦੇ ਗੁਣ ਗਾ ਕੇ ਉਸੇ ਸੱਚੇ ਦੇ ਵਿੱਚ ਹੀ ਸਮਾ ਜਾਵਾਂ, ਲੀਨ ਹੋ ਜਾਵਾਂ। ਇਸ ਪੂਰੇ ਸ਼ਬਦ ਦੇ ਵਿੱਚ ਗੁਰੂ ਦੀ ਮਹੱਤਤਾ ਬਿਆਨ ਹੋਈ ਹੈ। ਹੁਣ ਤੱਕ ਪਹਿਲਾਂ ਵੀ ਅਸੀਂ ਬਹੁਤ ਸਾਰੇ ਐਸੇ ਸ਼ਬਦ ਪੜ੍ਹ ਚੁੱਕੇ ਹਾਂ ਜਿੱਥੇ ਕਿ ਗੁਰੂ ਦੀ ਮਹੱਤਤਾ ਬਿਆਨ ਕੀਤੀ ਗਈ ਹੈ, ਤੇ ਉਸੇ ਤਰ੍ਹਾਂ ਹੀ ਇਸ ਸ਼ਬਦ ਦੇ ਰਾਹੀਂ ਵੀ ਗੁਰੂ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ। ਗੁਰੂ ਦੀਆਂ ਸਿੱਖਿਆਵਾਂ ਦੀ ਮਹੱਤਤਾ ਬਾਰੇ ਦੱਸਿਆ ਗਿਆ ਹੈ ਕਿ ਕਿਸ ਤਰ੍ਹਾਂ
ਗੁਰੂ ਦੀ ਸਿੱਖਿਆ ਦੇ ਉੱਤੇ ਚੱਲ ਕੇ ਅਸੀਂ ਪਰਮਾਤਮਾ ਦੇ ਨਾਲ ਮਿਲਾਪ ਹਾਸਲ ਕਰ ਸਕਦੇ ਹਾਂ। ਤਾਂ ਉਹ ਮਿਲਾਪ ਕਿਵੇਂ ਹਾਸਲ ਕਰਨਾ ਹੈ ਜਾਂ ਉਹ ਮਿਲਾਪ ਕੀ ਹੈ, ਇਹਦੇ ਬਾਰੇ ਵੀਡੀਓ ਅਸੀਂ ਕੱਲ੍ਹ ਹੀ ਅਪਲੋਡ ਕਰਕੇ ਹਟੇ ਹਾਂ। ਤਾਂ ਉਹ ਤੁਸੀਂ ਵੇਖ ਸਕਦੇ ਹੋ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਏਗਾ। ਗੌੜੀ ਗੁਆਰਰੀ ਮਹਿਲਾ ਤੀਜਾ, ਸੂ ਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ। ਕਹਿੰਦੇ ਉਹ ਥਾਂ ਸੱਚੀ ਹੈ ਜਿੱਥੇ ਬੈਠ ਕੇ ਮਨ ਨਿਰਮਲ ਹੁੰਦਾ ਹੈ, ਪਵਿੱਤਰ ਹੁੰਦਾ ਹੈ, ਤੇ ਸੱਚ ਨਿਵਾਸ ਕਰੇ ਸੱਚ ਸੋਏ। ਜਿਹੜਾ ਪਰਮਾਤਮਾ ਦੇ ਵਿੱਚ ਨਿਵਾਸ ਕਰਦਾ ਹੈ, ਭਾਵ ਕਿ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ, ਉਹੀ ਸੱਚਾ ਹੈ। ਸੱਚੀ ਬਾਣੀ ਜੁਗ ਚਾਰੇ ਜਾਪੈ, ਜੋ ਸੱਚੀ ਗੁਰਬਾਣੀ ਹੈ ਉਹ ਚਾਰੇ ਯੁਗਾਂ ਦੇ ਵਿੱਚ ਪ੍ਰਸਿੱਧ ਜਾਪਦੀ ਹੈ। ਸਭ ਕਿਛ ਸਾਚਾ ਆਪੇ ਆਪੈ, ਇਹ ਸਾਰਾ ਹੀ ਕੁਝ ਉਹ ਸੱਚਾ ਪਰਮਾਤਮਾ ਆਪਣੇ ਆਪ ਤੋਂ ਬਣਾਉਂਦਾ ਹੈ। ਕਰਮ ਹੋਵੈ ਸਤ ਸੰਗ ਮਿਲਾਏ, ਕਹਿੰਦੇ ਜੇ ਚੰਗੇ ਕਰਮ ਹੋਣ, ਜੇ ਪ੍ਰਮਾਤਮਾ ਦੀ ਮਿਹਰ ਹੋਵੇ ਤਾਂ ਉਹ ਪ੍ਰਮਾਤਮਾ ਸਤ ਸੰਗਤ ਦੇ ਵਿੱਚ ਬੈਠਣ ਦਾ ਸੁਭਾਗ ਮਨੁੱਖ ਨੂੰ ਬਖਸ਼ਦਾ ਹੈ। ਹਰ ਗੁਣ ਗਾਵੈ ਬੈਸ ਸੋ ਥਾਏ ਰਹਾਓ, ਤੇ ਫਿਰ ਉਹ ਮਨੁੱਖ ਉਸ ਥਾਂ ਤੇ ਭਾਵ ਸਤ ਸੰਗ ਦੇ ਵਿੱਚ ਬੈਠ ਕੇ ਉਸ ਪ੍ਰਮਾਤਮਾ ਦੇ, ਉਸ ਹਰੀ ਦੇ ਗੁਣ ਗਾਉਂਦਾ ਹੈ। ਜਲੋ ਇਹ ਜਿਹਵਾ ਦੂਜੈ ਭਾਏ, ਹਰ ਰਸ ਨਾ ਚਾਖੈ ਫੀਕਾ ਅਲਾਏ। ਕਹਿੰਦੇ ਉਹ ਜੀਵ ਜਲ ਜਾਏ ਜਿਹੜੀ ਦੂਜੇ ਪ੍ਰੇਮ ਦੇ ਵਿੱਚ ਪਈ ਹੋਈ ਹੈ, ਹੋਰਨਾਂ ਵਸਤਾਂ ਦੇ, ਹੋਰਨਾਂ ਸਵਾਦਾਂ ਦੇ ਪ੍ਰੇਮ ਦੇ ਵਿੱਚ ਪਈ ਹੋਈ ਹੈ, ਪਰਮਾਤਮਾ ਦੇ ਨਾਮ ਦੇ ਸਵਾਦ ਨੂੰ ਛੱਡ ਕੇ। ਹਰ ਰਸ ਨਾ ਚਾਖੈ, ਜਿਹੜੀ ਜੀਵ ਹਰ ਰਸ ਨਹੀਂ ਚੱਖਦੀ ਤੇ ਫਿੱਕਾ ਅਲਾਏ, ਫਿੱਕਾ ਬੋਲਦੀ ਹੈ, ਨਿੰਦਿਆ ਚੁਗਲੀ ਆਦਿਕ ਕਰਕੇ ਫਿੱਕੇ ਬੋਲ ਬੋਲਦੀ ਹੈ, ਉਹ ਜੀਵ ਜਲ ਜਾਏ। ਬਿਨ ਬੂਝੇ ਤਨ ਮਨ ਫੀਕਾ ਹੋਏ। ਜਦੋਂ ਅਸੀਂ ਪ੍ਰਮਾਤਮਾ ਦਾ ਨਾਮ ਨਹੀਂ ਬੁੱਝਦੇ, ਜਦ ਤੱਕ ਸਾਡੀ ਜੀਵ ਨੇ ਉਸ ਪ੍ਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਚੱਖਿਆ, ਤਦ ਤੱਕ ਸਾਡਾ ਤਨ ਵੀ ਤੇ ਸਾਡਾ ਮਨ ਵੀ ਫਿੱਕਾ ਰਹਿੰਦਾ ਹੈ। ਵਿਨ ਨਾਵੈ ਦੁਖੀਆ ਚੱਲਿਆ ਰੋਏ, ਤੇ ਨਾਮ ਦੀ ਬਰਕਤ ਤੋਂ ਬਿਨਾ ਮਨੁੱਖ ਪੂਰਾ ਜੀਵਨ ਭਰ ਵੀ ਦੁਖੀ ਰਹਿੰਦਾ ਹੈ, ਤੇ ਦੁਖੀ ਹੁੰਦਾ ਹੋਇਆ ਹੀ, ਰੋਂਦਾ ਹੋਇਆ ਹੀ ਇਸ ਦੁਨੀਆ ਨੂੰ ਛੱਡ ਕੇ ਜਾਂਦਾ ਹੈ। ਰਸਨਾ ਹਰ ਰਸ ਚਾਖਿਆ ਸਹਿਜ ਸੁਭਾਏ, ਤੇ ਦੂਜੇ ਪਾਸੇ ਜਿਹੜੀ ਰਸਨਾ ਨੇ, ਜਿਹੜੀ ਜੀਵ ਨੇ ਉਸ ਪ੍ਰਮਾਤਮਾ ਦਾ ਨਾਮ ਰਸ ਚੱਖਿਆ ਹੈ, ਉਹ ਸਹਿਜ ਸੁਭਾਅ ਦੇ ਵਿੱਚ, ਆਤਮਿਕ ਅਡੋਲਤਾ ਦੇ ਵਿੱਚ ਟਿਕੀ ਰਹਿੰਦੀ ਹੈ। ਕਦੇ ਵੀ ਮੰਦੇ ਬੋਲ ਨਹੀਂ ਬੋਲਦੀ, ਫਿੱਕੇ ਬੋਲ ਨਹੀਂ ਬੋਲਦੀ। ਗੁਰ ਕਿਰਪਾ ਤੇ ਸੱਚ ਸਮਾਈ, ਤੇ ਐਸੀ ਜੋ ਰਸਨਾ ਹੈ ਗੁਰੂ ਦੀ ਕਿਰਪਾ ਦੇ ਨਾਲ ਸੱਚ ਦੇ ਵਿੱਚ, ਉਸ ਪ੍ਰਮਾਤਮਾ ਦੇ ਵਿੱਚ ਸਮਾਈ ਰਹਿੰਦੀ ਹੈ। ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਤੇ ਉਸ ਪ੍ਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੀ ਹੋਈ ਉਹ ਜੀਵ ਗੁਰੂ ਦੇ ਸ਼ਬਦਾਂ ਦੀ ਵਿਚਾਰ ਕਰਦੀ ਰਹਿੰਦੀ ਹੈ। ਅੰਮ੍ਰਿਤ ਪੀਵੈ ਨਿਰਮਲ ਧਾਰ, ਤੇ ਉਹਦੀ ਜੋ ਸਥਿਤੀ ਹੈ, ਅਵਸਥਾ ਹੈ, ਉਹ ਇਸ ਪ੍ਰਕਾਰ ਦੀ ਹੋ ਜਾਂਦੀ ਹੈ ਜਿਵੇਂ ਹਰ ਵਕਤ ਪਵਿੱਤਰ ਧਾਰ, ਲਗਾਤਾਰ ਚੱਲਦੀ ਹੋਈ ਪਵਿੱਤਰ ਧਾਰਾ ਦੇ ਵਿੱਚੋਂ ਨਾਮ ਅੰਮ੍ਰਿਤ ਪੀਂਦੀ ਰਹਿੰਦੀ ਹੋਵੇ। ਨਾਮ ਸਮਾਵੈ ਜੋ ਭਾਂਡਾ ਹੋਏ, ਕਹਿੰਦੇ ਜੇਕਰ ਅਸੀਂ ਮੰਨ ਲਈਏ ਕਿ ਮਨੁੱਖ ਦਾ ਜੋ ਹਿਰਦਾ ਹੈ ਉਹ ਇੱਕ ਭਾਂਡਾ ਹੈ, ਤਾਂ ਉਹਦੇ ਵਿੱਚ ਨਾਮ ਤਦੇ ਸਮਾਊਗਾ ਜਦ ਉਹ ਭਾਂਡਾ ਸਿੱਧਾ ਹੋਊਗਾ, ਕਿਉਂਕਿ ਊਂਦਾ ਭਾਂਡਾ ਟਿਕੈ ਨਾ ਕੋਈ। ਊਂਦੇ ਭਾਂਡੇ ਦੇ ਵਿੱਚ, ਮੂਧੇ ਭਾਂਡੇ ਦੇ ਵਿੱਚ, ਟੇਢੇ ਭਾਂਡੇ ਦੇ ਵਿੱਚ ਕੁਝ ਵੀ ਨਹੀਂ ਟਿਕਦਾ, ਡੁੱਲ ਜਾਂਦਾ ਹੈ। ਗੁਰ ਸ਼ਬਦੀ ਮਨ ਨਾਮ ਨਿਵਾਸ, ਗੁਰੂ ਦੇ ਸ਼ਬਦਾਂ ਦੇ ਰਾਹੀਂ, ਗੁਰੂ ਦੀਆਂ ਸਿੱਖਿਆਵਾਂ ਦੇ ਰਾਹੀਂ ਹੀ ਮਨ ਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਨਿਵਾਸ ਹੁੰਦਾ ਹੈ। ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ, ਕਹਿੰਦੇ ਉਸੇ ਮਨੁੱਖ ਦੇ ਹਿਰਦੇ ਨੂੰ ਅਸੀਂ ਸੱਚਾ ਭਾਂਡਾ ਕਹਿ ਸਕਦੇ ਹਾਂ, ਸਿੱਧਾ ਭਾਂਡਾ ਕਹਿ ਸਕਦੇ ਹਾਂ, ਜਿਹਨੂੰ ਗੁਰੂ ਦੇ ਸ਼ਬਦਾਂ ਦੀ ਪਿਆਸ ਰਹਿੰਦੀ ਹੈ, ਗੁਰੂ ਦੀ ਬਾਣੀ ਦੀ ਤਾਂਘ ਰਹਿੰਦੀ ਹੈ। ਸੋ ਇੱਕ ਬੜੀ ਵਧੀਆ ਉਦਾਹਰਨ ਇਹਨਾਂ ਆਖਰੀ ਪੰਕਤੀਆਂ ਦੇ ਵਿੱਚ ਪੇਸ਼ ਕੀਤੀ ਗਈ ਹੈ ਕਿ ਉਹ ਮਨੁੱਖ ਦਾ ਹਿਰਦਾ ਸਿੱਧਾ ਭਾਂਡਾ ਹੈ, ਜਿਹਨੂੰ ਕਿ ਗੁਰੂ ਦੀ ਬਾਣੀ ਦੀ ਤਾਂਘ ਰਹਿੰਦੀ ਹੈ, ਤੇ ਜਦੋਂ ਭਾਂਡਾ ਸਿੱਧਾ ਹੈ ਤਾਂ ਉਹਦੇ ਵਿੱਚ ਪਰਮਾਤਮਾ ਦਾ ਨਾਮ ਸਮਾ ਵੀ ਜਾਏਗਾ। ਤੇ ਜੇ ਅਸੀਂ ਦੁਨਿਆਵੀ ਚੀਜ਼ਾਂ ਦੇ ਮੋਹ ਦੇ ਵਿੱਚ ਹੀ ਪਏ ਰਹਿਣਾ ਹੈ
ਤੇ ਸਾਡੇ ਹਿਰਦੇ ਰੂਪੀ ਜੋ ਭਾਂਡਾ ਹੈ ਉਹ ਟੇਢਾ ਹੀ ਰਹਿਣਾ ਹੈ। ਉਹਦੇ ਵਿੱਚ ਪਰਮਾਤਮਾ ਦਾ ਨਾਮ ਕਦੇ ਵੀ ਸਮਾ ਨਹੀਂ ਸਕੇਗਾ। ਗੌੜੀ ਗੁਆਰਰੀ ਮਹਿਲਾ ਤੀਜਾ, ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਹਉਮੈ ਵਿੱਚ ਗਾਵੈ ਵਿਰਥਾ ਜਾਏ। ਕਹਿੰਦੇ ਕਈ ਮਨੁੱਖ ਐਸੇ ਹੁੰਦੇ ਨੇ ਜੋ ਪ੍ਰਮਾਤਮਾ ਦੀ ਭਗਤੀ ਦੇ ਗੀਤ ਗਾਉਂਦੇ ਤਾਂ ਰਹਿੰਦੇ ਨੇ, ਇੱਕ ਗਾਵਤ ਰਹੇ ਮਨ ਸਾਧ ਨਾ ਪਾਏ, ਪਰ ਉਹਨਾਂ ਦੇ ਮਨ ਦੇ ਵਿੱਚ ਉਹ ਆਨੰਦ ਪੈਦਾ ਨਹੀਂ ਹੁੰਦਾ ਜਿਹੜਾ ਕਿ ਪੈਦਾ ਹੋਣਾ ਚਾਹੀਦਾ ਹੈ। ਤੇ ਉਹਦਾ ਕਾਰਨ ਕੀ ਹੈ? ਹਉਮੈ ਵਿੱਚ ਗਾਵੈ। ਉਹ ਮਨੁੱਖ ਆਪਣੇ ਆਪ ਨੂੰ ਪਰਮਾਤਮਾ ਦਾ ਭਗਤ ਅਖਵਾਉਣ ਦੀ ਹਉਮੈ ਦੇ ਵਿੱਚ ਰਹਿੰਦੇ ਨੇ, ਤੇ ਉਸ ਹਉਮੈ ਦੇ ਵਿੱਚ ਹੀ ਉਹ ਉਸ ਪਰਮਾਤਮਾ ਦੇ ਗੀਤ ਗਾਉਂਦੇ ਨੇ। ਪਰ ਗੁਰੂ ਜੀ ਕਹਿੰਦੇ ਕਿ ਇਹ ਵਿਰਥਾ ਜਾਏ। ਜਦੋਂ ਤੁਸੀਂ ਹਉਮੈ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦੇ ਗੀਤ ਗਾਉਂਦੇ ਹੋ, ਉਹਦੀ ਭਗਤੀ ਦੇ ਗੀਤ ਗਾਉਂਦੇ ਹੋ, ਤਾਂ ਉਹ ਵਿਅਰਥ ਜਾਂਦਾ ਹੈ। ਇਹ ਗੱਲ ਪਾਠ ਕਰਨ 'ਤੇ ਵੀ ਬਿਲਕੁਲ ਲਾਗੂ ਹੁੰਦੀ ਹੈ। ਕਈ ਮਨੁੱਖ ਅਜਿਹੇ ਹੁੰਦੇ ਨੇ ਜੋ ਸਿਰਫ ਇਸ ਕਰਕੇ ਪਾਠ ਕਰਦੇ ਨੇ ਕਿ ਉਹ ਆਪਣੇ ਆਪ ਨੂੰ ਇਹ ਜਿਤਾ ਸਕਣ, ਜਾਂ ਦੂਜਿਆਂ ਨੂੰ ਵੀ ਕਹਿ ਸਕਦੇ ਹਾਂ ਕਿ ਦੂਜਿਆਂ ਨੂੰ ਇਹ ਜਿਤਾ ਸਕਣ ਕਿ ਉਹ ਪਰਮਾਤਮਾ ਦੇ ਭਗਤ ਨੇ, ਕਿ ਉਹ ਬਾਣੀ ਨੂੰ ਪਿਆਰ ਕਰਦੇ ਨੇ। ਜਾਂ ਫਿਰ ਕਈ ਮਨੁੱਖ ਅਜਿਹੇ ਹੁੰਦੇ ਨੇ ਜਿਹੜੇ ਪਾਠ ਸਿਰਫ ਇਸ ਲਈ ਕਰਦੇ ਨੇ ਤਾਂ ਕਿ ਉਹ ਪਾਠ ਕਰਕੇ ਅੰਤ ਦੇ ਵਿੱਚ ਅਰਦਾਸ ਕਰਕੇ ਆਪਣੇ ਲਈ, ਆਪਣੀ ਜ਼ਿੰਦਗੀ ਦੇ ਲਈ ਕੁਝ ਨਾ ਕੁਝ ਮੰਗ ਸਕਣ। ਤਾਂ ਇਹ ਜੋ ਖਿਆਲ ਹੈ, ਪਾਠ ਤੇ ਕਰ ਹੀ ਰਹੇ ਨੇ, ਉਹ ਤੇ ਚੰਗਾ ਕੰਮ ਹੈ, ਪਰ ਉਹਦੇ ਪਿੱਛੇ ਦਾ ਜੋ ਭਾਵ ਹੈ ਉਹ ਕਿਤੇ ਨਾ ਕਿਤੇ ਜਾਂ ਤੇ ਹਉਮੈ ਦੇ ਵਿੱਚ ਡੁੱਬਿਆ ਹੋਇਆ ਹੈ, ਹਉਮੈ ਪੂਰਵਕ ਭਾਵ ਹੈ, ਜਾਂ ਫਿਰ ਲੋਭ ਪੂਰਵਕ ਭਾਵ ਹੈ ਕਿ ਜਾਂ ਤੇ ਉਹ ਆਪਣੇ ਲੋਭ ਦੇ ਕਰਕੇ, ਲਾਲਚ ਦੇ ਕਰਕੇ ਕਿ ਮੈਂ ਪਾਠ ਕਰਾਂਗਾ ਤਾਂ ਮੈਨੂੰ ਇਹ ਜੋ ਚੀਜ਼ ਹੈ ਉਹ ਹਾਸਲ ਹੋ ਜਾਏਗੀ ਜਿਹਦੇ ਲਈ ਮੈਂ ਅਰਦਾਸ ਕਰਨੀ ਹੈ, ਤਾਂ ਜਾਂ ਤੇ ਉਹ ਲੋਭ ਦੇ ਚੱਕਰਾਂ ਦੇ ਵਿੱਚ ਪੈ ਕੇ ਪਾਠ ਕਰ ਰਹੇ ਨੇ, ਜਾਂ ਫਿਰ ਆਪਣੀ ਹਉਮੈ ਨੂੰ, ਆਪਣੇ ਮਨ ਨੂੰ ਸੰਤੁਸ਼ਟ ਕਰਨ ਦੇ ਲਈ ਕਿ ਹਾਂ ਮੈਂ ਪਾਠ ਕਰਦਾ ਹਾਂ, ਇੱਕ ਤਸੱਲੀ ਦੇਣ ਦੇ ਲਈ ਕਿ ਮੈਂ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹਾਂ, ਇਸ ਭਾਵ ਨੂੰ ਲੈ ਕੇ ਪਾਠ ਕਰਦੇ ਨੇ, ਤਾਂ ਉਹ ਵਿਅਰਥ ਹੈ। ਜੇ ਪਾਠ ਕਰਨਾ ਹੈ ਤਾਂ ਇਸ ਲਈ ਕਰਨਾ ਕਿਉਂਕਿ ਉਹ ਇਲਾਹੀ ਬਾਣੀ ਹੈ, ਕਿਉਂਕਿ ਉਹ ਪਰਮਾਤਮਾ ਦੇ ਸ਼ਬਦ ਨੇ, ਕਿਉਂਕਿ ਉਸ ਬਾਣੀ ਨੂੰ ਪੜ੍ਹ ਕੇ ਅਸੀਂ ਕੁਝ ਸਿੱਖ ਸਕਦੇ ਹਾਂ। ਉਸ ਸਿੱਖਣ ਦੇ ਮਕਸਦ ਤੋਂ ਜੇ ਪਾਠ ਕਰੋਗੇ ਤਾਂ ਅਸਲੀ ਫਾਇਦਾ ਹੈ। ਗਾਵਨ ਗਾਵੈ ਜਿਨ ਨਾਮ ਪਿਆਰ, ਕਹਿੰਦੇ ਸੱਚੇ ਗੁਣ ਉਹੀ ਗਾਉਂਦੇ ਨੇ, ਪਰਮਾਤਮਾ ਦੀ ਭਗਤੀ ਦੇ ਸੱਚੇ ਗੀਤ ਉਹੀ ਗਾਉਂਦੇ ਨੇ ਜਿਨ੍ਹਾਂ ਦਾ ਉਹਦੇ ਨਾਮ ਨਾਲ ਪਿਆਰ ਹੁੰਦਾ ਹੈ, ਜਿਨ੍ਹਾਂ ਦਾ ਬਾਣੀ ਦੇ ਨਾਲ ਪਿਆਰ ਹੁੰਦਾ ਹੈ। ਸਾਚੀ ਬਾਣੀ ਸ਼ਬਦ ਵਿਚਾਰ, ਜਿਹੜੇ ਉਸ ਸੱਚੇ ਦੀ ਬਾਣੀ ਦਾ, ਸ਼ਬਦ ਦਾ ਵਿਚਾਰ ਆਪਣੇ ਹਿਰਦਿਆਂ ਦੇ ਵਿੱਚ ਵਸਾਉਂਦੇ ਨੇ, ਉਹੀ ਅਸਲ ਦੇ ਵਿੱਚ ਪਰਮਾਤਮਾ ਦੀ ਭਗਤੀ ਦੇ ਗੀਤ ਗਾਉਂਦੇ ਨੇ। ਗਾਵਤ ਰਹਿ ਜੇ ਸਤਿਗੁਰ ਭਾਵੈ, ਮਨ ਤਨ ਰਾਤਾ ਨਾਮ ਸੁਹਾਵੈ ਰਹਾਓ। ਕਹਿੰਦੇ ਜੇਕਰ ਗੁਰੂ ਨੂੰ ਚੰਗਾ ਲੱਗੇ, ਗੁਰੂ ਦੀ ਮਿਹਰ ਮਨੁੱਖ ਦੇ ਉੱਤੇ ਹੋਵੇ, ਤਾਂ ਹੀ ਉਹ ਮਨੁੱਖ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ, ਤੇ ਤਾਂ ਹੀ ਉਹਦਾ ਜੋ ਮਨ ਹੈ ਤੇ ਉਹਦਾ ਤਨ ਹੈ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗਿਆ ਰਹਿੰਦਾ ਹੈ, ਤੇ ਉਹਦਾ ਜੀਵਨ ਵੀ ਸੋਹਣਾ ਬਣ ਜਾਂਦਾ ਹੈ। ਸੋ ਇੱਥੋਂ ਇੱਕ ਸਿੱਖਿਆ ਜ਼ਰੂਰ ਲੈ ਕੇ ਜਾਇਓ ਇਹਨਾਂ ਪੰਕਤੀਆਂ ਤੋਂ ਕਿ ਅੱਗੇ ਤੋਂ ਪਾਠ ਕਰਨਾ ਹੈ ਤਾਂ ਬਾਣੀ ਦੀ ਮਹੱਤਤਾ ਨੂੰ ਸਮਝਦੇ ਹੋਏ ਕਰਨਾ ਹੈ, ਬਾਣੀ ਤੋਂ ਕੁਝ ਸਿੱਖਣ ਦੇ ਲਈ ਕਰਨਾ ਹੈ, ਆਪਣੀ ਹਉਮੈ ਜਾਂ ਲੋਭ ਦੇ ਲਈ ਨਹੀਂ ਕਰਨਾ ਹੈ। ਫਿਰ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਵੀ ਆਉਣਗੇ, ਤੁਹਾਡੇ ਮਨ ਨੂੰ ਸੰਤੁਸ਼ਟੀ ਵੀ ਮਿਲੇਗੀ। ਇੱਕ ਗਾਵੈ ਇੱਕ ਭਗਤੀ ਕਰੇ, ਨਾਮ ਨਾ ਪਾਵੈ ਬਿਨ ਅਸਨੇਹ। ਕਹਿੰਦੇ ਕਈ ਮਨੁੱਖ ਉਸ ਪਰਮਾਤਮਾ ਦੇ ਗੁਣ ਗਾਉਂਦੇ ਨੇ, ਕਈ ਮਨੁੱਖ ਉਹਦੀ ਭਗਤੀ ਕਰਦੇ ਨੇ, ਆਪੋ ਆਪਣੀਆਂ ਵਿਧੀਆਂ ਬਣਾਈਆਂ ਹੋਈਆਂ ਨੇ, ਪਰ ਜਿੰਨਾ ਚਿਰ ਉਸ ਪਰਮਾਤਮਾ ਦੇ ਨਾਲ ਤੁਹਾਡਾ ਸਨੇਹ ਨਹੀਂ ਹੈ, ਪ੍ਰੇਮ ਨਹੀਂ ਹੈ, ਉਦੋਂ ਤੱਕ ਤੁਸੀਂ ਉਹਦਾ ਨਾਮ ਪ੍ਰਾਪਤ ਨਹੀਂ ਕਰ ਸਕਦੇ। ਸੱਚੀ ਭਗਤੀ ਗੁਰ ਸ਼ਬਦ ਪਿਆਰ, ਆਪਣਾ ਪਿਰ ਰਾਖਿਆ ਸਦਾ ਉਰ ਧਾਰ। ਕਹਿੰਦੇ ਸੱਚੀ ਭਗਤੀ ਉਹ ਹੈ ਜਦੋਂ ਤੁਸੀਂ ਗੁਰੂ ਦੇ ਸ਼ਬਦਾਂ ਨੂੰ ਪਿਆਰ ਕਰਦੇ ਹੋ। ਆਪਣਾ ਪਿਰ ਰਾਖਿਆ ਸਦਾ ਉਰ ਧਾਰ, ਸਦਾ ਉਰ ਧਾਰ ਭਾਵ ਕਿ ਸਦਾ ਆਪਣੇ ਹਿਰਦੇ ਦੇ ਨੇੜੇ ਰੱਖਣਾ। ਜਦੋਂ ਤੁਸੀਂ ਗੁਰੂ ਨੂੰ ਤੇ ਪਰਮਾਤਮਾ ਨੂੰ ਸਦਾ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਰੱਖਦੇ ਹੋ, ਉਹਨਾਂ ਨੂੰ ਆਪਣੇ ਤੋਂ ਦੂਰ ਨਹੀਂ ਜਾਣਦੇ। ਭਗਤੀ ਕਰੇ ਮੂਰਖ ਆਪ ਜਣਾਵੈ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੈ। ਕਈ ਮੂਰਖ ਮਨੁੱਖ ਭਗਤੀ ਦਾ ਮੁਜ਼ਾਹਰਾ ਕਰਦੇ ਨੇ,
ਲੋਕਾਂ ਨੂੰ ਇਹ ਦਿਖਾਉਂਦੇ ਨੇ ਕਿ ਉਹ ਪਰਮਾਤਮਾ ਦੇ ਭਗਤ ਨੇ। ਨੱਚ ਨੱਚ ਕੇ ਟੱਪ ਟੱਪ ਕੇ ਇਹ ਚੀਜ਼ ਦਾ ਉਹ ਮੁਜ਼ਾਹਰਾ ਕਰਦੇ ਨੇ। ਪਰ ਗੁਰੂ ਜੀ ਕਹਿੰਦੇ ਕਿ ਨੱਚ ਨੱਚ ਟੱਪੇ ਬਹੁਤ ਦੁੱਖ ਪਾਵੈ, ਤੇ ਇਸ ਤਰ੍ਹਾਂ ਕਹਿੰਦੇ ਉਹ ਦੁੱਖ ਹੀ ਪ੍ਰਾਪਤ ਕਰਦੇ ਨੇ। ਨੱਚਿਆ ਟੱਪੀਆ ਭਗਤੀ ਨਾ ਹੋਏ, ਨੱਚ ਟੱਪ ਕੇ ਭਗਤੀ ਨਹੀਂ ਹੁੰਦੀ। ਸ਼ਬਦ ਮਰੈ ਭਗਤੀ ਪਾਏ ਜਨ ਸੋਏ। ਗੁਰੂ ਦੇ ਸ਼ਬਦਾਂ ਦੇ ਵਿੱਚ ਜੁੜ ਕੇ ਜਿਹੜਾ ਮਨੁੱਖ ਆਪਣੇ ਅੰਦਰੋਂ ਆਪਣੀ ਹਉਮੈ ਨੂੰ ਮਾਰ ਲੈਂਦਾ ਹੈ, ਉਹੀ ਭਗਤੀ ਪ੍ਰਾਪਤ ਕਰਦਾ ਹੈ। ਭਗਤੀ ਵਸ਼ਲ ਭਗਤੀ ਕਰਾਏ ਸੋਏ। ਪਰਮਾਤਮਾ ਦੀ ਭਗਤੀ ਦਾ ਪਿਆਰ, ਯਾਨੀ ਕਿ ਭਗਤੀ ਵਸ਼ਲ ਭਗਤੀ ਕਰਾਏ ਸੋਏ। ਪਰਮਾਤਮਾ ਦੀ ਭਗਤੀ ਦਾ ਪਿਆਰ ਹੀ ਮਨੁੱਖ ਦੇ ਪਾਸੋਂ ਅਸਲੀ ਭਗਤੀ ਕਰਵਾਉਂਦਾ ਹੈ। ਸੱਚੀ ਭਗਤੀ ਵਿੱਚੋਂ ਆਪ ਖੋਏ, ਤੇ ਸੱਚੀ ਭਗਤੀ ਉਹੀ ਹੈ ਜਦੋਂ ਤੁਸੀਂ ਆਪਣਾ ਆਪਾ ਭਾਵ ਖੋ ਲਿਆ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੈ, ਕਿ ਮੇਰਾ ਸੱਚਾ ਪਰਮਾਤਮਾ ਸਾਰੀਆਂ ਵਿਧੀਆਂ ਜਾਣਦਾ ਹੈ। ਉਹਨੂੰ ਸਭ ਪਤਾ ਹੈ ਕਿ ਕਿਹੜੀ ਅਸਲੀ ਭਗਤੀ ਹੈ ਤੇ ਕਿਹੜਾ ਪਖੰਡ ਹੈ। ਨਾਨਕ ਬਖਸ਼ੇ ਨਾਮ ਪਛਾਣਾ, ਕਿ ਹੇ ਨਾਨਕ ਉਹ ਪਰਮਾਤਮਾ ਉਹਨਾਂ ਨੂੰ ਬਖਸ਼ ਦਿੰਦਾ ਹੈ ਜਿਹੜੇ ਉਹਦੇ ਨਾਮ ਨੂੰ ਪਛਾਣ ਲੈਂਦੇ ਨੇ। ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 158ਵੇਂ ਅੰਗ ਦੀ ਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਅੱਜ ਦੀ ਬਾਣੀ ਦੇ ਵਿੱਚ ਅਸੀਂ ਗੁਰੂ ਦੀ ਮਹੱਤਤਾ ਦੇ ਬਾਰੇ 'ਚ ਜਾਣਿਆ, ਪਰਮਾਤਮਾ ਦੇ ਮਿਲਾਪ ਦੇ ਬਾਰੇ ਦੇ ਵਿੱਚ ਥੋੜ੍ਹੀ ਜਿਹੀ ਜਾਣਕਾਰੀ ਹਾਸਲ ਕੀਤੀ, ਅਸਲੀ ਭਗਤੀ ਕੀ ਹੁੰਦੀ ਹੈ ਉਹਦੇ ਬਾਰੇ ਜਾਣਿਆ, ਜਿਸ ਤੋਂ ਕਿ ਸਾਨੂੰ ਪਾਠ ਕਰਨ ਦੇ ਪਿੱਛੇ ਦੀ ਅਸਲੀ ਵਜ੍ਹਾ ਦਾ ਵੀ ਥੋੜ੍ਹਾ ਜਿਹਾ ਚਾਨਣਾ ਪਿਆ ਕਿ ਜੇ ਪਾਠ ਕਰਨਾ ਹੈ ਤਾਂ ਕਿਸ ਤਰ੍ਹਾਂ ਦਾ ਭਾਵ ਆਪਣੇ ਦਿਲ ਦੇ ਅੰਦਰ ਲੈ ਕੇ ਅਸੀਂ ਪਾਠ ਕਰਨਾ ਹੈ। ਹਉਮੈ ਜਾਂ ਲੋਭ ਦੇ ਵਸ ਦੇ ਵਿੱਚ ਪੈ ਕੇ ਅਸੀਂ ਪਾਠ ਨਹੀਂ ਕਰਨਾ। ਇੱਕ ਸ਼ਬਦ ਦੇ ਵਿੱਚ ਗੁਰੂ ਜੀ ਨੇ ਮਨੁੱਖ ਦੇ ਹਿਰਦੇ ਨੂੰ ਜਾਂ ਮਨ ਨੂੰ ਇੱਕ ਭਾਂਡੇ ਦੇ ਨਾਲ ਵੀ ਕੰਪੇਅਰ ਕੀਤਾ ਹੈ ਕਿ ਕਿਸ ਤਰ੍ਹਾਂ ਜੇਕਰ ਉਹ ਭਾਂਡਾ ਟੇਢਾ ਹੈ, ਭਾਵ ਬਿਰਤੀ ਪੁੱਠੇ ਪਾਸੇ ਲੱਗੀ ਹੋਈ ਹੈ, ਤਾਂ ਉਹਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਟਿਕ ਸਕਦਾ। ਜੇ ਬਿਰਤੀ ਸਿੱਧੇ ਪਾਸੇ ਲੱਗੀ ਹੋਈ ਹੈ, ਮਨੁੱਖ ਦੇ ਹਿਰਦੇ ਰੂਪੀ ਭਾਂਡਾ ਸਿੱਧਾ ਹੈ, ਤਾਂ ਹੀ ਉਹਦੇ ਵਿੱਚ ਪਰਮਾਤਮਾ ਦਾ ਨਾਮ ਟਿਕ ਸਕਦਾ ਹੈ। ਉਮੀਦ ਕਰਦੇ ਹਾਂ ਕਿ ਇਹਨਾਂ ਸਿੱਖਿਆਵਾਂ ਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਲੈ ਕੇ ਆਓਗੇ ਤੇ ਇਹਨਾਂ ਦੇ ਫਲਸਰੂਪ ਕੁਝ ਚੰਗੇ ਨਤੀਜੇ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਮਹਿਸੂਸ ਕਰੋਗੇ। ਵੀਡੀਓ ਚੰਗੀ ਲੱਗੀ ਹੋਵੇ ਤੇ ਅੱਗੇ ਲੋਕਾਂ ਦੇ ਤੱਕ ਜ਼ਰੂਰ ਸ਼ੇਅਰ ਕਰ ਦਿਓ। ਵੇਖਣ ਸੁਣਨ ਦੇ ਲਈ, ਚੈਨਲ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ ਜੁੜੇ ਰਹਿਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਇੱਥੇ ਹੀ ਫਤਿਹ ਕਬੂਲ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।